ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਦੇ ਉੱਤੇ ਤੰਜ ਕੱਸਿਆ ਤੇ ਤੰਜ ਕੱਸਦਿਆਂ ਹੋਇਆ ਕਿਹਾ ਕਿ ਸਿੱਧੂ ਤਾਂ ਕਾਂਗਰਸ ਦੇ ਵੱਲੋਂ ਮਾਨਤਾ ਪ੍ਰਾਪਤ ਹੀ ਨਹੀਂ ਨੇ। ਨਵਜੋਤ ਸਿੱਧੂ ਜੀ ਉਹ ਕਰੀ ਜਾਂਦੇ ਨੇ, ਕਹਿੰਦੇ ਬਿਜਲੀ ਦਾ ਦੇ ਪ੍ਰਸਤਾਵ ਤੇ ਰੱਦ ਕਿਉਂ ਨਹੀਂ ਕੀਤੇ। ਸਿੱਧੂ ਸਾਹਿਬ ਤੁਹਾਨੂੰ ਬਿਜਲੀ ਮੰਤਰੀ ਬਣਾਉਂਦੇ ਸੀ, ਤੁਸੀਂ ਤਾਂ ਭੱਜ ਗਏ। ਉਦੋਂ ਤੁਸੀਂ ਬਿਜਲੀ ਮੰਤਰੀ ਬਣ ਕੇ ਕਰ ਦਿੰਦੇ। ਅਸੀਂ ਤਾਂ ਕਰਾਂਗੇ ਤੁਹਾਨੂੰ ਬੜੀ ਜਲਦੀ ਖੁਸ਼ਖਬਰੀ ਮਿਲੂਗੀ, ਪਰ ਤੁਸੀਂ ਬਾਹਰ ਹੋਵੋਗੇ ਕਿਉਂਕਿ ਤੁਸੀਂ ਵਿਧਾਨ ਸਭਾ 'ਚ ਤਾਂ ਹੈ ਨਹੀਂ। ਉੱਥੇ ਲੈ ਕੇ ਆਵਾਂਗੇ ਅਸੀਂ ਹੁਣ ਇਹ ਕਾਨੂੰਨ ਦੇ ਵਿੱਚ ਸੋਧ ਜਿਹੜੀ ਹੈ। ਤੇ ਨਾਲੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਮਾਨਤਾ ਪ੍ਰਾਪਤ ਤਾਂ ਕਰਵਾ ਲਓ, ਮਨਜ਼ੂਰਸ਼ੁਦਾ ਤਾਂ ਕਰਵਾ ਲਓ। ਤੁਹਾਡਾ ਕੱਲ ਦਾ ਜਿਹੜਾ ਧਰਨਾ ਸੀ ਕਿਤੇ ਰਾਜਪੁਰੇ ਦੇ ਥਰਮਲ ਪਲਾਂਟ ਦੇ ਮੂਹਰੇ ਕੋਈ 20-25 ਬੰਦੇ ਲਈ ਬੈਠੇ ਸੀ, ਤੁਸੀਂ ਮੈਨੂੰ ਗਾਲਾਂ ਕੱਢੀ ਜਾਂਦੇ ਸੀ। ਉਹਨੂੰ ਰਾਜਾ ਵੜਿੰਗ ਕਹਿੰਦਾ ਇਹ ਕਾਂਗਰਸ ਦਾ ਧਰਨਾ ਹੀ ਨਹੀਂ ਸੀ, ਤਾਂ ਸਿੱਧੂ ਆਪਣੇ ਬੰਦੇ ਆਪ ਲਈ ਫਿਰਦਾ। ਪਹਿਲਾਂ ਕਾਂਗਰਸ ਤੋਂ ਨਾ ਮਾਨਤਾ ਪ੍ਰਾਪਤ ਹੋ ਜਾਓ, ਫਿਰ ਵਿਰੋਧ ਕਰ ਲਿਓ। ਉਧਰ ਪੰਜਾਬ ਅਤੇ ਦਿੱਲੀ ਦੇ ਵਿਚਾਲੇ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ ਹੈ, ਜਿਸ ਦੇ ਤਹਿਤ ਦੋਵੇਂ ਸਰਕਾਰਾਂ ਲੋਕ ਭਲਾਈ ਦੇ ਲਈ ਰਲ ਕੇ ਕੰਮ ਕਰਨਗੀਆਂ। ਪੰਜਾਬ ਤੇ ਦਿੱਲੀ ਹੁਣ ਇੱਕ ਦੂਜੇ ਦੇ ਨਾਲ ਨੌਲੇਜ ਯਾਨੀ ਕਿ ਜਾਣਕਾਰੀ ਸਾਂਝੀ ਕਰੇਗਾ। ਦਿੱਲੀ ਤੇ ਪੰਜਾਬ ਦੇ ਵਿਚਾਲੇ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਸਮਝੌਤੇ ਦੇ ਤਹਿਤ ਦੋਵੇਂ ਸੂਬੇ ਸਿੱਖਿਆ ਅਤੇ ਸਿਹਤ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ। ਨਿਊਜ਼ 18 ਦੇ ਹੱਥ ਇਸ ਐਗਰੀਮੈਂਟ ਦੀ ਕਾਪੀ ਲੱਗੀ ਹੈ, ਜਿਸ 'ਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਸਤਖਤ ਕੀਤੇ ਗਏ ਨੇ। ਕੀ ਕਹਿੰਦਾ ਹੈ ਇਹ ਐਗਰੀਮੈਂਟ, ਆਓ ਦੱਸਦੇ ਹਾਂ। ਪੰਜਾਬ ਤੇ ਦਿੱਲੀ ਦੇ ਵਿਚਾਲੇ 26 ਅਪ੍ਰੈਲ 2022 ਨੂੰ ਇਸ MOU ਤੇ ਦਸਤਖਤ ਕੀਤੇ ਗਏ। ਦੋਵਾਂ ਸੂਬਿਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਮਝੌਤਾ ਲੋਕ ਭਲਾਈ ਲਈ ਕੀਤਾ ਗਿਆ ਹੈ, ਜਿਸ ਦੇ ਤਹਿਤ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ। ਇਸ ਸਮਝੌਤੇ ਦੇ ਰਾਹੀਂ ਜਾਣਕਾਰੀ, ਤਜਰਬਾ ਅਤੇ ਸਕਿੱਲ ਇੱਕ ਦੂਸਰੇ ਦੇ ਨਾਲ ਸਾਂਝਾ ਕੀਤਾ ਜਾਵੇਗਾ। ਇਸ ਸਮਝੌਤੇ ਦੇ ਰਾਹੀਂ ਦੋਵੇਂ ਸੂਬਿਆਂ ਦੇ ਮੰਤਰੀ ਤੇ ਅਧਿਕਾਰੀ ਇੱਕ ਦੂਜੇ ਦੇ ਸੂਬਿਆਂ 'ਚ ਜਾ ਸਕਣਗੇ। ਨਾਲ ਹੀ ਇਸ ਸਮਝੌਤੇ 'ਚ ਵੱਡੀ ਗੱਲ ਵੀ ਲਿਖੀ ਗਈ ਹੈ ਕਿ ਇਹ ਐਗਰੀਮੈਂਟ ਕਿਸੇ ਤੇ ਥੋਪਿਆ ਨਹੀਂ ਜਾਵੇਗਾ। ਦਿੱਲੀ 'ਚ ਸਮਝੌਤੇ ਦੇ ਦਸਤਖਤ ਮੌਕੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਕਿ ਉਹ ਇੱਕ ਦੂਜੇ ਦੇ ਕੰਮਾਂ ਤੋਂ ਸਿੱਖਣਗੇ, ਚੰਗੇ ਕੰਮਾਂ ਨੂੰ ਆਪਣੇ ਸੂਬਿਆਂ 'ਚ ਲਾਗੂ ਕਰਨਗੇ। ਮਾਨ ਨੇ ਕਿਹਾ ਕਿ ਵਿਰੋਧੀ ਇਸ ਸਮਝੌਤੇ ਤੇ ਸਿਆਸਤ ਕਰਨਗੇ। ਮਾਨ ਨੇ ਕਿਹਾ ਕਿ ਸਮਝੌਤੇ ਦੀ ਸ਼ੁਰੂਆਤ 117 ਵਿਧਾਨ ਸਭਾ ਹਲਕਿਆਂ 'ਚ 117 ਮੁਹੱਲਾ ਕਲੀਨਿਕ ਬਣਾਉਣ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਉੱਚ ਦਰਜੇ ਦਾ ਬਣਾਉਣ ਨਾਲ ਕੀਤੀ ਜਾਵੇਗੀ। तो एजुकेशन और हेल्थ हमारा प्रायोरिटी है दिल्ली सरकार का भी, और हमने वादा किया जो पंजाब में उसमें भी। तो ये नॉलेज शेयरिंग एग्रीमेंट है, और नॉलेज लेने के लिए कुछ हमारे जो विपक्षी हैं वो कह रहे हैं जी ये तो पता नहीं पंजाब सरकार ने पता नहीं कौन सा एग्रीमेंट पे साइन कर दिए, ये तो जी पता नहीं क्या हो गया। कि सरकारें आपस में एक दूसरे से सीखने के लिए एग्रीमेंट साइन कर रही हैं, कि पूरे देश ने उनसे बड़े स्केल के ऊपर सीखने का हमने आपस में काम किया। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਸਮਝੌਤੇ ਦਾ ਇੱਕ ਖਰੜਾ ਵਾਇਰਲ ਹੋ ਰਿਹਾ ਸੀ, ਜਿਸ ਨੂੰ ਹੁਣ ਆਪ ਨੇ ਗੈਰ ਪ੍ਰਮਾਣਿਤ ਕਰਾਰ ਦਿੱਤਾ ਹੈ। ਆਪ ਦਾ ਦਾਅਵਾ ਹੈ ਕਿ ਵਾਇਰਲ ਹੋ ਰਹੀ ਸਮਝੌਤੇ ਦੀ ਕਾਪੀ ਦਾ ਕੋਈ ਆਧਾਰ ਨਹੀਂ। ਉਧਰ ਇਸ ਸਮਝੌਤੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਸੁਖਬੀਰ ਬਾਦਲ ਨੇ CM ਤੇ ਤੰਜ ਕੱਸਦਿਆਂ ਕਿਹਾ ਹੈ ਕਿ ਭਗਵੰਤ ਮਾਨ ਨੇ ਪੰਜਾਬ ਦਿੱਲੀ ਦੇ ਪੈਰਾਂ 'ਚ ਰੱਖ ਦਿੱਤਾ ਹੈ, ਜਦਕਿ ਆਪ ਨੇ ਵਿਰੋਧੀਆਂ ਦੇ ਵਾਰ ਤੇ ਪਲਟਵਾਰ ਕੀਤਾ ਹੈ। ਪਰ ਜੋ ਅੱਜ ਉਹਨਾਂ ਨੇ ਫੈਸਲਾ ਕੀਤਾ, ਇੱਕ ਪੰਜਾਬ ਦਾ ਇੱਕ ਹਿਸਟੋਰਿਕ ਬਲੰਡਰ ਜੋ ਅੱਜ ਕੀਤਾ ਹੈ, ਤੇ ਪੰਜਾਬੀਆਂ ਦੇ ਪਿੱਠ ਤੇ ਛੁਰਾ ਮਾਰਿਆ, ਤੇ ਜੋ ਅਸੀਂ ਗੱਲ ਕਹਿ ਰਹੇ ਸੀ ਲਗਾਤਾਰ ਉਹ ਗੱਲ ਸੱਚੀ ਅੱਜ ਕਰ ਦਿੱਤੀ ਹੈ। ਸ਼ੁਰੂ ਤੋਂ ਅਸੀਂ ਇੱਕੋ ਇੱਕ ਗੱਲ ਕਹੀ ਸੀ, ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਮੇਰੇ ਖਿਆਲ 'ਚ ਸੁਖਬੀਰ ਬਾਦਲ ਕੁਝ ਕਹਿ ਰਹੇ ਸੀ, ਮੈਂ ਸੁਖਬੀਰ ਬਾਦਲ ਜੀ ਨੂੰ ਕਹਿਣਾ ਇਹ ਤੁਸੀਂ ਫਰਜ਼ੀ ਜਿਹੜੇ ਡਾਕੂਮੈਂਟ ਜਾਰੀ ਕਰ ਰਹੇ ਹੋ, ਇਹ ਬਹੁਤ ਦੁਖਦਾਇਕ ਤੇ ਸ਼ਰਮਨਾਕ ਹੈ। ਪੰਜਾਬ ਦੀ ਤਰੱਕੀ ਹੋ ਲੈਣ ਦਿਓ। ਜੇ ਤੁਸੀਂ ਕੁਝ ਕੀਤਾ ਹੁੰਦਾ ਚੱਜ ਦਾ ਤਾਂ ਦਿਨ ਦੇਖਣੇ ਨਾ ਪੈਂਦੇ। ਫਿਲਹਾਲ ਹੁਣ ਦੇਖਣਾ ਇਹੀ ਹੈ ਕਿ ਦਿੱਲੀ ਤੇ ਪੰਜਾਬ ਵਿਚਾਲੇ ਹੋਇਆ ਸਮਝੌਤਾ ਕਿੰਨਾ ਰੰਗ ਲਿਆਏਗਾ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਆਮ ਆਦਮੀ ਪਾਰਟੀ MOU ਸਾਈਨ ਕਰਨ ਨੂੰ ਸਹੀ ਦੱਸ ਰਹੀ ਹੈ, ਜਦਕਿ ਵਿਰੋਧੀ ਧਿਰਾਂ ਕੇਜਰੀਵਾਲ ਦੇ ਅੱਗੇ ਪੰਜਾਬ ਨੂੰ ਗਿਰਵੀ ਰੱਖਣ ਦੇ ਇਲਜ਼ਾਮ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਲਗਾ ਰਹੀਆਂ ਨੇ।
ਪਾਰਟੀ ਨੇ ਬਹੁਤ ਵੱਡਾ ਮੈਂਡੇਟ ਲਿੱਤਾ, ਲੋਕਾਂ ਨੂੰ ਵਾਅਦੇ ਕੀਤੇ, ਅਸੀਂ ਉਹਨਾਂ ਨੂੰ ਓਪਰਚੁਨਿਟੀ ਦੇਣੀ ਚਾਹੁੰਦੇ ਸੀ। ਪਰ ਜੋ ਅੱਜ ਉਹਨਾਂ ਨੇ ਫੈਸਲਾ ਕੀਤਾ, ਇੱਕ ਪੰਜਾਬ ਦਾ ਇੱਕ ਹਿਸਟੋਰਿਕ ਬਲੰਡਰ ਜੋ ਅੱਜ ਕੀਤਾ ਹੈ, ਤੇ ਪੰਜਾਬੀਆਂ ਦੇ ਪਿੱਠ ਤੇ ਛੁਰਾ ਮਾਰਿਆ। ਇਹ ਕਾਂਗਰਸ ਪਾਰਟੀ ਜਿਹੜੀ ਹੈ ਇਹ ਬਕਾਇਦਾ ਤੌਰ ਪੰਜਾਬੀਆਂ ਨੂੰ ਇਸ ਗੱਲ ਦਾ ਫੇਥ ਦਿੰਦੀ ਹੈ, ਵਿਸ਼ਵਾਸ ਦਿੰਦੀ ਕਿ ਇਸ ਦੇ ਅਗੇਂਸਟ ਜੇ ਇਹ ਚੀਜ਼ ਜਿਹੜੀ ਪੰਜਾਬ ਦੇ ਇੰਟਰਸਟ ਦੇ ਖਿਲਾਫ ਇਹ ਕਰਕੇ ਆਏ, ਇਹਦੇ ਵਾਸਤੇ ਸਾਨੂੰ ਕੋਈ ਵੀ ਲੜਾਈ ਲੜਨੀ ਪਏਗੀ, ਅਸੀਂ ਕਰਾਂਗੇ। ਸਾਨੂੰ ਭਾਵੇਂ ਇਹਨੂੰ ਕਚਹਿਰੀਆਂ 'ਚ ਵੀ ਚੈਲੰਜ ਕਰਨਾ ਪਏ, ਵੀ ਵਿਲ ਫਾਈਟ ਫॉर ਦੀ ਇੰਟਰਸਟ ਆਫ ਪੰਜਾਬ। ਇੱਕ ਤੇ ਗੱਲ ਅਸੀਂ ਇਹ ਗੱਲ ਕਰਨਾ ਚਾਹੁੰਦੇ। ਇਹ ਬੇਸਿਕਲੀ ਉਹੀ ਤਰੀਕਾ ਹੈ ਜੋ ਈਸਟ ਇੰਡੀਆ ਕੰਪਨੀ ਨੇ ਅਪਣਾਇਆ ਸੀ। ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਈਸਟ ਇੰਡੀਆ ਕੰਪਨੀ ਵਾਂਗੂ ਕਬਜ਼ਾਏਗਾ, ਹਥਿਆਏਗਾ। ਅੱਜ ਇੱਕ ਮਾਡਰਨ ਜ਼ਮਾਨੇ 'ਚ ਕੋਈ ਵੀ ਕਾਗਜ਼ ਹਰ ਜਗ੍ਹਾ ਪਬਲਿਕ ਡੋਮੇਨ 'ਚ, ਕਿਸੇ ਨੂੰ ਲੈਣ 'ਚ, ਕਿਸੇ ਨੂੰ ਭੇਜਣ 'ਚ ਕੋਈ ਦਿੱਕਤ ਨਹੀਂ। ਇਹ ਸਿਰਫ ਪਰਪਸ ਆ ਕਿ ਪੰਜਾਬ ਦੇ ਅਫਸਰਾਂ ਦੇ ਉੱਤੇ ਦਿੱਲੀ ਸਰਕਾਰ ਦਾ ਕੰਟਰੋਲ ਕਿਵੇਂ ਹੋਵੇ। ਇਹ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ, ਇਹਨੂੰ ਪੜ੍ਹਨ ਵਾਸਤੇ ਨੌਲੇਜ ਚਾਹੀਦੀ ਹੈ, ਔਰ ਲਿਟਲ ਨੌਲੇਜ ਇਜ਼ ਟੂ ਡੇਂਜਰਸ। ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ। ਵਿਰੋਧ ਕਰਨ ਵਾਸਤੇ ਵਿਰੋਧ ਨਾ ਕਰੋ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਕੇਂਦਰੀ ਖੇਤੀ ਮੰਤਰੀ ਦੇ ਵੱਲੋਂ ਦਿੱਤੇ ਗਏ ਇੱਕ ਬਿਆਨ ਦੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਫਰਟੀਲਾਈਜ਼ਰ ਅਤੇ ਪੈਸਟੀਸਾਈਡਸ ਦੀ ਵੱਧਦੀ ਵਰਤੋਂ ਦੇ ਉੱਤੇ ਚਿੰਤਾ ਜਤਾਈ ਤੇ ਠੀਕਰਾ ਵੀ ਕਿਸਾਨਾਂ ਦੇ ਸਿਰ ਹੀ ਭੰਨ ਦਿੱਤਾ। ਨਰਿੰਦਰ ਤੋਮਰ ਨੇ ਕਿਹਾ ਕਿ ਕਿਸਾਨ ਰਸਾਇਣਾਂ ਦੇ ਨਾਲ ਫਸਲ ਉਗਾਉਂਦੇ ਨੇ ਪਰ ਖੁਦ ਨਹੀਂ ਖਾਂਦੇ ਤੇ ਇਸ ਬਿਆਨ ਨੇ ਕਿਸਾਨਾਂ ਦਾ ਪਾਰਾ ਵਧਾ ਦਿੱਤਾ। ਖੇਤੀ ਦੌਰਾਨ ਰਸਾਇਣਾਂ ਦੀ ਵਰਤੋਂ ਦਾ ਮੁੱਦਾ ਇੱਕ ਵਾਰ ਫਿਰ ਉੱਠਿਆ, ਜਿਸ ਦਾ ਜ਼ਿਕਰ ਕੇਂਦਰੀ ਖੇਤੀ ਮੰਤਰੀ ਨੇ ਕੀਤਾ, ਜਿਸ ਤੇ ਕੇਂਦਰੀ ਖੇਤੀ ਮੰਤਰੀ ਦਾ ਅਜਿਹਾ ਬਿਆਨ ਸਾਹਮਣੇ ਆਇਆ ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਤੋਮਰ ਨੇ ਫਰਟੀਲਾਈਜ਼ਰ ਤੇ ਪੈਸਟੀਸਾਈਡ ਦੀ ਵੱਧਦੀ ਵਰਤੋਂ ਤੇ ਚਿੰਤਾ ਜਤਾਈ ਹੈ। ਤੋਮਰ ਨੇ ਕਿਹਾ ਕਿ ਲਾਲਚ ਦੇ ਵਿੱਚ ਆ ਕੇ ਕਿਸਾਨ ਰਸਾਇਣਾਂ ਦੀ ਵੱਧ ਵਰਤੋਂ ਕਰ ਰਹੇ ਨੇ। ਅੱਜ ਸਾਡੀ ਜ਼ਮੀਨ ਵੀ ਤੰਦਰੁਸਤ ਨਹੀਂ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਆਪਣੀ ਗਲਤੀ ਜ਼ਰੂਰ ਮਹਿਸੂਸ ਕਰ ਰਹੇ ਨੇ, ਪਰ ਕਿਸਾਨ ਰਸਾਇਣਾਂ ਦੇ ਨਾਲ ਫਸਲ ਉਗਾਉਂਦੇ ਨੇ ਪਰ ਖੁਦ ਨਹੀਂ ਖਾਂਦੇ। जहां पर फर्टिलाइजर का बहुत अधिक उपयोग हो रहा है, वो लालच में कर जरूर रहे हैं, लेकिन वो महसूस कर रहे हैं कि वो गलती कर रहे हैं। मैं पंजाब के मित्रों से कई बार बात करता रहता हूं। कोई भी किसान उस प्रकार की खेती करते हुए पैसे तो कमाता है, लेकिन प्रसन्न दिखाई नहीं देता। पानी की दृष्टि से परेशान है, फर्टिलाइजर दिनों दिन मात्रा बढ़ती जा रही है, उससे परेशान है। और कई बार तो ऐसी स्थिति है कि मैं उगाता हूं और फर्टिलाइजर भरपूर डालता हूं, पेस्टिसाइड का भरपूर उपयोग करता हूं, और जो मैं अपने खेत में उत्पादन करता हूं वो दूसरों को बेचता हूं, लेकिन स्वयं उसका उपयोग नहीं करता। यह सच्चाई भी अब सामने आने लगी। ਉਧਰ ਕਿਸਾਨਾਂ ਨੇ ਖੇਤੀ ਮੰਤਰੀ ਦੇ ਬਿਆਨ ਤੇ ਸਖਤ ਇਤਰਾਜ਼ ਜਤਾਇਆ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਤੇ ਯਾਦ ਦਿਵਾਇਆ ਕਿ ਇਸੇ ਪੰਜਾਬ ਨੇ ਦੇਸ਼ ਦੀ ਭੁੱਖਮਰੀ ਦੂਰ ਕੀਤੀ ਸੀ। ਨਰਿੰਦਰ ਤੋਮਰ ਦਾ ਬਿਆਨ ਆਉਣਾ ਖੇਤੀਬਾੜੀ ਮੰਤਰੀ ਦਾ ਕਿ ਪੰਜਾਬ ਦੇ ਕਿਸਾਨ ਜਿਹੜੇ ਹੈ ਉਹ ਰਸਾਇਣਕ ਖਾਦਾਂ ਜ਼ਿਆਦਾ ਵਰਤਦੇ ਆ, ਕੈਮੀਕਲ ਜ਼ਿਆਦਾ ਪਾਉਂਦੇ ਆ, ਸਪਰੇਆਂ ਜ਼ਿਆਦਾ ਕਰਦੇ ਆ ਤੇ ਉਹ ਆਪਣੀ ਕਣਕ ਆਪ ਨਹੀਂ ਖਾਂਦੇ। ਇਹ ਕੋਈ ਸਾਜ਼ਿਸ਼ ਹੈ, ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਕੋ ਕਿੱਡਾ ਵੱਡਾ ਪੰਜਾਬ ਤੇ ਇਲਜ਼ਾਮ ਖੇਤੀਬਾੜੀ ਮੰਤਰੀ ਸਾਹਿਬ ਲਾ ਰਹੇ ਆ। ਜਦੋਂ ਪੂਰਾ ਦੇਸ਼ ਭੁੱਖਮਰੀ ਦਾ ਸ਼ਿਕਾਰ ਸੀ ਤਾਂ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਅਨਾਜ ਪੈਦਾ ਕਰਕੇ, ਔਰ ਅੱਜ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਔਰ ਪੰਜਾਬ ਦੇ ਅਨਾਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਕਈ ਕਿਸਾਨ ਆਰਗੈਨਿਕ ਖੇਤੀ ਦਾ ਵੀ ਰੁਖ ਕਰ ਰਹੇ ਨੇ, ਪਰ ਅਜੇ ਵੀ ਵੱਡੇ ਪੱਧਰ ਤੇ ਖੇਤੀ ਦੇ ਵਿੱਚ ਰਸਾਇਣਾਂ ਦੀ ਵਰਤੋਂ ਹੋ ਰਹੀ ਹੈ। ਪਰ ਰਸਾਇਣਾਂ ਤੋਂ ਗੁਰੇਜ਼ ਕਰਨ ਦੇ ਲਈ ਬਦਲ ਕੀ ਹੋਵੇ, ਇਸ ਵਾਸਤੇ ਕਿਸਾਨਾਂ ਦੇ ਨਾਲ-ਨਾਲ ਸਰਕਾਰਾਂ ਨੂੰ ਵੀ ਗੰਭੀਰਤਾ ਵਿਖਾਉਣ ਦੀ ਜ਼ਰੂਰਤ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।